ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਸਾਇੰਸ ਐਂਡ ਟੈਕ ਦਾ ਪਾਰਟ 3 ਕਰਨ ਜਾ ਰਹੇ ਹਾਂ, ਜਿਸ ਦਾ ਚੈਪਟਰ ਨੰਬਰ ਸਾਊਂਡ ਅਸੀਂ ਕਰਨਾ ਹੈ ਅੱਜ ਟੌਪਿਕ। ਇਸ ਤੋਂ ਪਹਿਲਾਂ ਅਸੀਂ ਮੇਜ਼ਰਮੈਂਟਸ ਕਰ ਚੁੱਕੇ ਹਾਂ ਅਤੇ ਮੇਜ਼ਰਮੈਂਟ ਡਿਵਾਈਸਿਸ ਕਰ ਚੁੱਕੇ ਹਾਂ, ਲੇਕਿਨ ਹੁਣ ਅਸੀਂ ਸਾਊਂਡ ਕਰਾਂਗੇ। ਸੋ ਨਾ ਦੇਰੀ ਕਰਦੇ ਹੋ, ਸਟਾਰਟ ਕਰਦੇ। ਸਭ ਤੋਂ ਪਹਿਲਾਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ 'ਤੇ ਜ਼ਰੂਰ ਪ੍ਰੈਸ ਕਰ ਦਿਓ। ਕੁਐਸਚਨ ਇਜ਼, so first of all, the sound waves can travel in vacuum, can travel only in solids, can travel only in gases, can travel both solid and gases। ਤੇ ਇਸ ਦਾ ਆਨਸਰ ਹੋ ਜਾਊਗਾ ਡੀ। ਡੀ ਇਜ਼ ਦਾ ਰਾਈਟ ਆਨਸਰ, ਬਿਕੋਜ਼ ਜਿਹੜੇ ਸਾਡੇ ਗੈਸਿਸ ਨੇ ਉਹ ਜਿਵੇਂ ਅਸੀਂ ਆਪਸ 'ਚ ਆਵਾਜ਼ ਮਾਰਦੇ ਆ ਸਾਡੀ ਸੁਣ ਜਾਂਦੀ, ਕਿਉਂਕਿ ਜਿਹੜੇ ਵਾਟਰ ਮੋਲੀਕੂਲਸ ਹੁੰਦੇ ਏਅਰ ਦੇ ਵਿੱਚ, ਉਹ ਕੀ ਹੁੰਦੇ ਆ, ਉਹ ਟਰੈਵਲ ਕਰ ਜਾਂਦੇ ਆ ਅਤੇ ਉਹ ਟਰੈਵਲ ਕਰਕੇ ਦੂਸਰੇ ਇਨਸਾਨ ਤੱਕ ਪਹੁੰਚ ਜਾਂਦੇ ਅਤੇ ਉਹਨੂੰ ਆਵਾਜ਼ ਸਾਡੀ ਸੁਣ ਜਾਂਦੀ, ਕਿਉਂਕਿ ਇੱਕ ਸਾਊਂਡ ਨੂੰ ਟਰੈਵਲ ਹੋਣ ਲਈ ਇੱਕ ਮੀਡੀਅਮ ਦੀ ਲੋੜ ਪੈਂਦੀ। ਇਸ ਕਰਕੇ ਸੋਲਿਡ ਐਂਡ ਗੈਸਿਸ ਦੋਨਾਂ ਦੇ ਵਿੱਚੋਂ ਟਰੈਵਲ ਕਰ ਸਕਦੀ ਹੈ, ਲੇਕਿਨ ਸਭ ਤੋਂ ਜ਼ਿਆਦਾ ਫਾਸਟੈਸਟ ਸੋਲਿਡ 'ਚ ਕਰਦੀ ਹੈ। ਦ ਵੈਲੋਸਿਟੀ ਆਫ ਸਾਊਂਡ ਇਜ਼ ਮੈਕਸੀਮਮ ਇਨ ਵਿੱਚ ਕਿੱਥੇ ਹੋਊਗੀ? ਏਅਰ 'ਚ ਹੋਊਗੀ, ਲਿਕੁਅਡ 'ਚ ਹੋਊਗੀ, ਮੈਟਲ 'ਚ ਹੋਊਗੀ, ਵੈਕਿਊਮ 'ਚ ਹੋਊਗੀ। ਦੇਖੋ ਸੋਲਿਡ ਕਿਹੜਾ, ਇਹ 'ਚ ਮੈਟਲ ਆ, ਤਾਂ ਉਹ ਮੈਟਲ 'ਚ ਸਭ ਤੋਂ ਜ਼ਿਆਦਾ ਹੋਊਗੀ। ਥਰਡ ਇਜ਼ VA, VW, VS ਜਿਹੜੇ ਉਹ ਏਅਰ, ਵਾਟਰ ਅਤੇ ਸਟੀਲ ਆ। ਦੱਸੋ ਕਿਸ 'ਚ ਜ਼ਿਆਦਾ ਸਾਡੀ ਟਰੈਵਲ ਫਾਸਟੈਸਟ ਕਰੂੰਗੀ? ਤਾਂ ਸਟੀਲ 'ਚ ਸਭ ਤੋਂ ਜ਼ਿਆਦਾ ਕਰੂੰਗੀ, ਵਾਟਰ 'ਚ ਉਸ ਤੋਂ ਘੱਟ ਕਰੂੰਗੀ, ਏਅਰ 'ਚ ਸਭ ਤੋਂ ਜ਼ਿਆਦਾ ਕਰੂੰਗੀ। ਇਹਦਾ ਮਤਲਬ ਆਨਸਰ ਨੰਬਰ ਏ ਹੋਊਗਾ, ਕਿਉਂਕਿ ਸਟੀਲ 'ਚ ਸਭ ਤੋਂ ਜ਼ਿਆਦਾ ਕਰੂੰਗੀ। ਨੈਕਸਟ ਇਜ਼ ਸਾਊਂਡ ਵੇਵਸ ਟਰੈਵਲ ਫਾਸਟੈਸਟ ਇਨ, ਸਭ ਤੋਂ ਜ਼ਿਆਦਾ ਫਾਸਟੈਸਟ ਕਿੱਥੋਂ ਕਰੂੰਗੀ? ਸੋਲਿਡ 'ਚ ਕਰੂੰਗੀ। ਨੈਕਸਟ ਇਜ਼ ਟੂ ਹੀਅਰ ਅ ਕਲੀਅਰ ਇਕੋ ਮਿਨੀਮਮ ਡਿਸਟੈਂਸ ਬਿਟਵੀਨ ਰਿਫਲੈਕਟਿੰਗ ਸਰਫੇਸ ਐਂਡ ਅਬਜ਼ਰਵਰ। ਸਭ ਤੋਂ ਮਤਲਬ ਇਕੋ ਹੁੰਦੀ ਗੂੰਜ ਸੁਣਨ ਲਈ ਸਭ ਤੋਂ ਮਿਨੀਮਮ ਡਿਸਟੈਂਸ ਕਿਆ ਹੋਣਾ ਚਾਹੀਦਾ? 16.5 ਮੀਟਰ, 16.5 ਮੀਟਰ ਹੋਣਾ ਚਾਹੀਦਾ। ਸੋ ਇਹ ਯਾਦ ਰੱਖਣਾ। ਅਪਰੋਕਸੀਮੇਟਲੀ 17 ਮੀਟਰ ਹੁੰਦਾ, ਲੇਕਿਨ 16.5 ਮੀਟਰ ਇਹਦਾ ਐਗਜ਼ੈਕਟਲੀ ਹੈ, ਠੀਕ ਹੈ। ਹਾਊ ਮਚ ਸ਼ੁੱਡ ਮਿਨੀਮਮ ਡਿਸਟੈਂਸ ਬਿਟਵੀਨ ਸੋਰਸ ਆਫ ਸਾਊਂਡ ਐਂਡ ਰਿਫਲੈਕਟਿੰਗ ਸਰਫੇਸ। ਸਭ ਤੋਂ ਮਿਨੀਮਮ ਡਿਸਟੈਂਸ ਕਿਆ ਹੋਣਾ ਚਾਹੀਦਾ? ਸੋਰਸ ਮਤਲਬ ਜੋ ਆਵਾਜ਼ ਮਾਰਦਾ, ਰਿਫਲੈਕਟਿੰਗ ਸਰਫੇਸ ਜਿਵੇਂ ਪਹਾੜ ਆ, ਜਿਵੇਂ ਪਹਾੜ 'ਤੇ ਅਸੀਂ ਗਏ, ਅਸੀਂ ਆਵਾਜ਼ ਮਾਰੀ ਤਾਂ ਅਸੀਂ ਸੋਰਸ ਹੋ ਗਏ। ਪਹਾੜ ਜਿਹੜੇ ਉਹ ਸਾਡੇ ਰਿਫਲੈਕਟਿੰਗ ਸਰਫੇਸ ਹੋ ਗਏ, ਜਿੱਥੋਂ ਰਿਫਲੈਕਟ ਹੋ ਕੇ ਆਵਾਜ਼ ਵਾਪਸ ਆਣੀ ਸਾਨੂੰ, ਅਤੇ ਸਾਨੂੰ ਗੂੰਜ ਸੁਣਨੀ, ਸਾਨੂੰ ਇਕੋ ਸੁਣਨੀ ਹੈ। ਤਾਂ ਕਿੰਨਾ ਡਿਸਟੈਂਸ ਹੁੰਦਾ? 17 ਮੀਟਰ ਹੋਣਾ ਚਾਹੀਦਾ। ਦ ਵੈਲੋਸਿਟੀ ਆਫ ਸਾਊਂਡ ਇਨ ਏਅਰ ਕਿੰਨਾ ਹੋਣਾ ਚਾਹੀਦਾ? 330 ਮੀਟਰ ਪਰ ਸੈਕਿੰਡ। ਇਫੈਕਟ ਆ, ਯਾਦ ਰੱਖਣਾ। ਟੂ ਐਸਟਰੋਨੌਟਸ ਕੈਨੋਟ ਹੀਅਰ ਈਚ ਅਦਰ ਔਨ ਦ ਮੂਨ ਸਰਫੇਸ। ਵਾਈ? Because there is no atmosphere on the moon, so we can't hear the other people। so ਕਿਉਂਕਿ ਅਸੀਂ ਹੋਰ ਲੋਕਾਂ ਨੂੰ ਸੁਣ ਨਹੀਂ ਸਕਦੇ, ਕਿਉਂਕਿ ਐਟਮੋਸਫੇਅਰ ਨਹੀਂ ਹੁੰਦਾ ਹੈਗਾ, ਠੀਕ ਹੈ। ਇਸ ਕਰਕੇ ਐਟਮੋਸਫੇਅਰ 'ਚ ਦੇਖੋ ਗੈਸਿਸ ਹੁੰਦੀਆਂ, ਅਗਰ ਐਟਮੋਸਫੇਅਰ ਨਹੀਂ ਤਾਂ ਗੈਸਿਸ ਨਹੀਂ ਹੈ, ਗੈਸਿਸ ਹੋਣਗੀਆਂ ਤਾਂ ਹੀ ਤਾਂ ਆਵਾਜ਼ ਟਰੈਵਲ ਕਰੂੰਗੀ, ਕਿਉਂਕਿ ਹੁਣ ਗੈਸਿਸ ਹੀ ਨਹੀਂ ਹੈਗੇ ਮੂਨ 'ਤੇ, ਤਾਂ ਟਰੈਵਲ ਨਹੀਂ ਕਰੂੰਗੀ। ਅਲਟਰਾਸੋਨਿਕ ਸਾਊਂਡ ਵੇਵ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ? ਗ੍ਰੇਟਰ ਦੈਨ 20,000 ਹਰਟਜ਼। ਓਕੇ। ਬੈਟਸ ਕੈਨ ਫਲਾਈ ਡਿਊਰਿੰਗ ਨਾਈਟ, ਡਾਰਕ ਨਾਈਟਸ। ਕਿਉਂ ਬੈਟਸ ਜਿਹੜੀਆਂ ਮਤਲਬ ਜੋ ਚਮਗਿੱਦੜਾਂ ਹੁੰਦੀਆਂ, ਉਹ ਕਿਉਂ ਡਾਰਕ ਨਾਈਟਸ ਵਿੱਚ ਫਲਾਈ ਕਰ ਸਕਦੀਆਂ? ਕਿਉਂਕਿ ਉਹਨਾਂ ਦੇ ਜੋ ਅਲਟਰਾਸਾਊਂਡ ਜਿਹੜੀਆਂ ਉਹਨੂੰ ਪ੍ਰੋਡਿਊਸ ਕਰਦੇ ਆ, ਉਹ ਉਹਨੂੰ ਗਾਈਡ ਕਰਦੀ ਹੈ ਟਰੈਵਲ ਕਰਨਾ, ਠੀਕ ਹੈ। ਡੈਸੀਬਲ ਕਿਸ ਦੀ ਯੂਨਿਟ ਹੈ? ਡੈਸੀਬਲ ਸਾਊਂਡ ਇੰਟੈਂਸਿਟੀ ਦੀ ਯੂਨਿਟ ਹੈ, ਯਾਦ ਰੱਖਣਾ। ਵਟ ਇਜ਼ ਦ ਡੈਸੀਬਲ ਲੈਵਲ ਆਫ ਸਾਊਂਡ ਪ੍ਰੋਡਿਊਸ ਬਾਈ 2 ਪਰਸਨਸ? ਕਿੰਨਾ ਹੁੰਦਾ? 30 ਡੈਸੀਬਲ। ਜੋ ਪਰਸਨ ਜਦੋਂ ਕਨਵਰਸੇਸ਼ਨ ਕਰਦੇ ਆ ਤਾਂ ਉਹ 30 ਡੈਸੀਬਲ ਸਾਊਂਡ ਨੂੰ ਪ੍ਰੋਡਿਊਸ ਕਰਦੇ ਆ। ਦ ਨੋਇਸ ਲੈਵਲ ਆਫ 100 ਡੈਸੀਬਲ, ਜਦੋਂ 100 ਡੈਸੀਬਲ ਦੀ ਨੋਇਸ ਹੋ ਜਾਂਦੀ ਤਾਂ ਕਿੱਥੋਂ ਆਵਾਜ਼ ਆਉਂਦੀ ਹੈ? ਉਹ ਮਸ਼ੀਨ ਸ਼ਾਪ 'ਚੋਂ ਆਉਂਦੀ ਹੈ, ਕਿਉਂਕਿ ਜੋ ਹਿਊਮਨ ਆਡੀਬਲ ਹੈ, ਜੋ ਹਿਊਮਨ ਸੁਣ ਸਕਦਾ, ਉਹ ਬਸ 85 ਡੈਸੀਬਲ ਹੀ ਸੁਣ ਸਕਦਾ। 85 ਡੈਸੀਬਲ ਤੋਂ ਉੱਪਰ ਉਹ ਸੁਣ ਨਹੀਂ ਸਕਦਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਕਿਉਂਕਿ ਟੋਲਰੇਬਲ 85 ਹੀ ਹੈ। ਅੱਗੇ ਉਹ ਮਤਲਬ ਅੱਗੇ ਉਹਦੇ ਕੰਨਾਂ 'ਚੋਂ ਖੂਨ ਵਗੈਰਾ ਨਿਕਲ ਸਕਦਾ ਹੈ। ਐਜ਼ ਪਰ ਦਾ WHO ਸੇਫ ਨੋਇਸ ਆਫ ਦਾ ਸਿਟੀ ਦੀ ਸੇਫ ਨੋਇਸ ਕਿੰਨੀ ਹੋਊਗੀ? 45 ਡੈਸੀਬਲ। ਅਗਰ ਸਿਟੀ 'ਚੋਂ ਆ ਰਹੀ ਹੈ ਤਾਂ ਉਹ ਸੇਫ ਹੈ, ਇਹਦੇ ਉੱਪਰ ਸਾਰੀ ਟੋਲਰੇਬਲ ਨਹੀਂ ਹੈਗੀ। ਟੋਲਰੇਬਲ ਲਿਮਿਟ ਆਫ ਨੋਇਸ ਕਿੰਨੀ ਹੁੰਦੀ? 85। ਤੁਹਾਨੂੰ ਹੁਣੇ ਦੱਸਿਆ ਸੀ ਮੈਂ। ਅ ਵਰਕਰ ਵਾਜ਼ ਵਰਕਿੰਗ ਔਨ ਦਾ ਰੇਲ ਟਰੈਕ, ਅ ਬॉय ਐਟ ਅ ਡਿਸਟੈਂਸ ਹੋਲਡ ਇਜ਼ ਏਅਰ ਨੀਅਰ ਰੇਲ ਟਰੈਕ। ਇੱਕ ਕੰਮ ਲੱਗਿਆ ਹੋਇਆ ਬੰਦਾ ਜੋ ਰੇਲ ਟਰੈਕ ਦੇ ਉੱਪਰ, ਅਤੇ ਬਹੁਤ ਹੀ ਦੂਰ ਡਿਸਟੈਂਸ ਇੱਕ ਬੱਚਾ ਹੈ ਜੋ ਆਪਣਾ ਕੰਨ ਰੇਲਵੇ ਟਰੈਕ ਨਾਲ ਲਾਈ ਬੈਠਾ ਹੈ। ਦਿਸ ਬॉय ਏਬਲ ਟੂ ਹੀਅਰ ਸਾਊਂਡ ਬਲੋ ਦਾ ਵਰਕਮੈਨ ਟਵਾਈਸ। ਜਿਹੜਾ ਉਹ ਮਤਲਬ ਵਰਕ ਕੰਮ ਕਰਦਾ ਹੈ, ਉਹ ਜਦੋਂ ਇੱਕ ਹਥੌੜੀ ਮਾਰਦਾ, ਇਹਨੂੰ ਤੂੰ 2 ਵਾਰ ਸੁਣਦੀ ਹੈ ਇੱਥੇ। ਕਿਉਂ ਦ ਸਪੀਡ ਆਫ ਸਾਊਂਡ ਇਜ਼ ਗ੍ਰੇਟਰ ਇਨ ਸਟੀਲ ਦੈਨ ਏਅਰ। ਬਿਲਕੁਲ ਫਸਟ ਆਨਸਰ ਹੀ ਬਿਲਕੁਲ ਸਹੀ ਹੈ, ਕਿਉਂਕਿ ਸਟੀਲ ਵਿੱਚ ਜ਼ਿਆਦਾ ਗ੍ਰੇਟਰ ਸਾਊਂਡ ਹੈ। ਵੈਨ ਦਾ ਸੇਮ ਨੋਟ ਇਜ਼ ਪਲੇਅਡ ਔਨ ਸਿਤਾਰ ਐਂਡ ਫਲੂਟ, ਦ ਸਾਊਂਡ ਪ੍ਰੋਡਿਊਸ ਬਾਈ ਡਿਸਟਿੰਗੁਇਸ਼ ਫਰੋਮ ਮੇਜਰ। ਕਹਿੰਦੇ ਅਗਰ ਸਿਤਾਰ ਐਂਡ ਫਲੂਟ ਦੇ ਵਿੱਚ ਅਸੀਂ ਸੇਮ ਨੋਟ ਦੀ ਆਵਾਜ਼ ਨੂੰ ਕੱਢੀਏ, ਮਤਲਬ ਸਾਊਂਡ ਪ੍ਰੋਡਿਊਸ ਕਰੀਏ, ਤਾਂ ਅਸੀਂ ਉਹਦੀ ਆਵਾਜ਼ ਨੂੰ ਕਿੱਦਾਂ ਡਿਫਰੈਂਸ਼ੀਏਟ ਕਰ ਸਕਦੇ, ਕਿੱਦਾਂ ਅਸੀਂ ਉਹਨੂੰ ਅਲੱਗ-ਅਲੱਗ ਸਮਝ ਸਕਦੇ ਹਾਂ? ਕਿਆ ਉਹਦੀ ਪਿੱਚ ਤੋਂ, ਕਿਆ ਉਹਦੀ ਪਿੱਚ ਐਂਡ ਲਾਊਡਨੈਸ, ਉਹਦਾ ਕੁਆਲਿਟੀ ਦੇ ਲਾਊਡ, ਸਿਰਫ ਉਹਦੀ ਕੁਆਲਿਟੀ ਤੋਂ, ਉਹਦੀ ਕੁਆਲਿਟੀ ਆਫ ਸਾਊਂਡ ਦੀ ਸਾਨੂੰ ਪਤਾ ਲੱਗ ਸਕਦਾ। ਜੋ ਪਿੱਚ ਹੁੰਦੀ ਹੈ ਨਾ, ਪਿੱਚ ਸਾਨੂੰ ਸਿਰਫ ਇਹ ਦੱਸਦੀ ਹੈ ਕਿ ਆਵਾਜ਼ ਪਤਲੀ ਹੈ ਕਿ ਮੋਟੀ ਹੈ, ਠੀਕ ਹੈ। ਪਿੱਚ ਇਹ ਦੱਸਦੀ ਹੈ। ਸੋ ਕੁਆਲਿਟੀ ਓਨਲੀ ਤੋਂ ਪਤਾ ਲੱਗਦਾ। ਵਿਚ ਆਫ ਦਾ ਫੋਲੋਇੰਗ ਹੈਜ਼ ਅ ਲੌਂਗੈਸਟ ਵੇਵ ਲੈਂਥ। ਲੌਂਗੈਸਟ ਵੇਵ ਲੈਂਥ ਕਿਸ ਦੀ ਹੁੰਦੀ ਹੈ?
ਲੌਂਗੈਸਟ ਵੇਵਲੈਂਥ ਸਾਡੀ ਕਿਸ ਦੀ ਹੁੰਦੀ ਹੈ? ਇਹਦੀ ਰੇਡੀਓ ਵੇਵਸ ਦੀ ਹੁੰਦੀ ਹੈ। ਦੇਖੋ ਇਹ ਜੋ ਹੁੰਦਾ ਹੈ ਇਹ ਕੁਛ ਇੱਦਾਂ ਦਾ ਗ੍ਰਾਫ ਹੁੰਦਾ ਹੈ। ਸਭ ਤੋਂ ਪਹਿਲਾਂ ਗਾਮਾ ਹੁੰਦਾ, ਫਿਰ ਐਕਸਰੇ ਹੁੰਦਾ, ਫਿਰ ਇਨਫਰਾਰੈੱਡ ਹੁੰਦਾ, ਫਿਰ ਵਿਜ਼ੀਬਲ ਹੁੰਦਾ, ਫਿਰ UV ਹੁੰਦਾ, ਫਿਰ ਕੀ ਹੁੰਦਾ ਅੱਗੇ, ਫਿਰ ਸਾਡਾ ਹੁੰਦਾ ਰੇਡੀਓ ਹੁੰਦਾ, ਫਿਰ ਮਾਈਕਰੋ ਹੁੰਦਾ, ਮਾਈਕਰੋਵੇਵਸ। ਸੋ ਇਸ 'ਚ ਜੋ ਅਸੀਂ ਦੇਖੀਏ ਗ੍ਰਾਫ ਦੇ ਅਕੋਰਡਿੰਗ ਤਾਂ ਸਾਡਾ ਰੇਡੀਓ ਵੇਵਸ ਦਾ ਆਨਸਰ ਹੋਏਗਾ। ਠੀਕ ਹੈ। ਵਿਚ ਵਨ ਆਫ ਦਾ ਫੋਲੋਇੰਗ ਡਜ਼ ਅ TV ਰਿਮੋਟ ਕੰਟਰੋਲ ਯੂਨਿਟ ਯੂਜ਼ ਟੂ ਆਪਰੇਟ ਅ TV ਸੈੱਟ। ਅਗਰ TV ਸੈੱਟ ਨੂੰ ਆਪਰੇਟ ਕਰਨਾ TV ਰਿਮੋਟ ਦਾ ਕਿਹੜੀ ਵੇਵ ਯੂਜ਼ ਕਰਦਾ? ਉਹ ਰੇਡੀਓ ਵੇਵ ਯੂਜ਼ ਕਰਦਾ, ਯਾਦ ਰੱਖਣਾ। ਓਕੇ। ਵਿਚ ਟਾਈਪ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਯੂਜ਼ ਟੂ ਰਿਮੋਟ। ਕਿਹੜੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਯੂਜ਼ ਕਰਦਾ ਰਿਮੋਟ ਕੰਟਰੋਲ ਕਰਨ ਲਈ TV ਨੂੰ? ਇਹ ਸਭ ਨੂੰ ਪਤਾ ਇਨਫਰਾਰੈੱਡ ਯੂਜ਼ ਹੁੰਦੀ ਹੈ ਕਿਉਂਕਿ ਰੈੱਡ ਲਾਈਟ ਬਲਦੀ ਹੈ ਨਾ, ਇਨਫਰਾਰੈੱਡ ਹੁੰਦੀ ਹੈ। ਤਾਂ ਡੋਪਲਰ ਇਫੈਕਟ ਇਜ਼ ਐਪਲੀਕੇਬਲ ਫੋਰ। ਡੋਪਲਰ ਇਫੈਕਟ ਕਿੱਥੇ ਲੱਗਦਾ? ਲਾਈਟ 'ਤੇ ਲੱਗਦਾ, ਸਾਊਂਡ 'ਤੇ ਲੱਗਦਾ, ਸਪੇਸ 'ਤੇ ਲੱਗਦਾ। ਸਿਰਫ ਦੋਨਾਂ 'ਤੇ ਲੱਗਦਾ, ਲਾਈਟ 'ਤੇ ਵੀ ਲੱਗਦਾ, ਸਾਊਂਡ 'ਤੇ ਵੀ ਲੱਗਦਾ, ਯਾਦ ਰੱਖਣਾ। ਵੈਨ TV ਇਜ਼ ਸਵਿਚਡ ਔਨ audio or video both start simultaneously. Audio is heard immediately but video starts later because video needs some warm up time. Video starts immediately but audio is heard later because the sound travel at lesser speed than light. It depends on a TV brand. So ਇਹਦਾ ਆਪਸ਼ਨ ਜਿਹੜਾ ਹੈਗਾ ਉਹ A ਆ ਕਿਉਂਕਿ ਦੋਨੇ ਹੀ ਚੀਜ਼ਾਂ ਇਕੱਠੀਆਂ ਸਟਾਰਟ ਹੁੰਦੀਆਂ। That's why. Next is in television broadcast the picture signal transmitted by। ਜਿਹੜਾ ਪਿਕਚਰ ਸਿਗਨਲ ਆ ਉਹ ਟੈਲੀਵਿਜ਼ਨ ਦੇ ਵਿੱਚ ਕਿਸ ਚੀਜ਼ ਨਾਲ ਜਿਹੜਾ ਹੈ ਉਹ ਟਰਾਂਸਫਰ ਹੁੰਦਾ ਹੈ। ਸੋ ਕਿਸ ਨਾਲ ਟਰਾਂਸਫਰ ਹੁੰਦਾ? ਐਂਪਲੀਟਿਊਡ ਮੋਡੂਲੇਸ਼ਨ ਨਾਲ ਉਹ ਮਤਲਬ ਟਰੈਵਲ ਕਰਦਾ। ਠੀਕ ਹੈ। AM ਨਾਲ ਟਰੈਵਲ ਕਰਦਾ। ਤਾਂ ਟੈਕਨੀਕ ਯੂਜ਼ ਟੂ ਟਰਾਂਸਮਿਟ ਆਡੀਓ, ਪਿੱਛੇ ਸੀ ਵੀਡੀਓ ਟਰਾਂਸਮਿਟ ਕਿੱਦਾਂ ਹੁੰਦੀ, ਉਹਨੂੰ ਉੱਚਾ TV ਆਡੀਓ ਕਿੱਦਾਂ ਟਰਾਂਸਮਿਟ ਕਰਦਾ ਹੈ। ਤਾਂ ਆਡੀਓ ਲਈ ਫ੍ਰੀਕੁਐਂਸੀ ਮੋਡੂਲੇਸ਼ਨ ਹੁੰਦਾ। ਦੇਖੋ ਆਵਾਜ਼ ਦੀ ਫ੍ਰੀਕੁਐਂਸੀ ਹੁੰਦੀ ਤਾਂ ਆਡੀਓ ਲਈ ਫ੍ਰੀਕੁਐਂਸੀ ਮੋਡੂਲੇਸ਼ਨ ਹੋਊਗਾ। ਪਿਕਚਰਸ ਲਈ ਐਂਪਲੀਟਿਊਡ ਚਾਹੀਦਾ ਕਿਉਂਕਿ ਜਿੰਨਾ ਜ਼ਿਆਦਾ ਐਂਪਲੀਟਿਊਡ ਹੋਊਗਾ ਉਨੀ ਵਧੀਆ ਗ੍ਰੇਟਰ ਪਿਕਚਰ ਆਊਗੀ। ਠੀਕ ਹੈ। ਪੁੱਟ ਦਾ ਅਸੈਂਡਿੰਗ ਆਰਡਰ ਆਫ ਸਪੀਡ ਆਫ ਸਾਊਂਡ। ਸਪੀਡ ਆਫ ਸਾਊਂਡ ਨੂੰ ਆਡੀਓ ਸਪਿਨ ਮਤਲਬ ਅਸੈਂਡਿੰਗ ਆਰਡਰ 'ਚ ਵੱਧਦੇ ਕ੍ਰਮ 'ਚ ਲਗਾਉਣਾ ਹੈ। ਦੇਖੋ ਸਟੀਲ 'ਚ ਸਭ ਤੋਂ ਤੇਜ਼ ਕਰੂੰਗੀ ਤਾਂ ਦੇਖ ਲਓ ਆਪਸ਼ਨ ਨੰਬਰ 2 ਕਿਹਦੇ ਵਿੱਚ ਹੈ? ਇਹਦੇ ਪਿੱਛੇ A ਤਾਂ ਹੋ ਨਹੀਂ ਸਕਦਾ, ਇਹ ਵੀ ਨਹੀਂ ਹੋ ਸਕਦਾ। ਹੁਣ ਦੇਖ ਲਓ ਨਾਈਟ੍ਰੋਜਨ ਕਿੱਥੇ ਆ? ਦੇਖੋ ਨਾਈਟ੍ਰੋਜਨ ਇਹਦੇ 'ਚ ਪਹਿਲੇ ਨੰਬਰ 'ਤੇ, ਇਸ ਕਰਕੇ ਕਿਉਂਕਿ ਵਾਟਰ 'ਚ ਸੈਕਿੰਡ ਨੰਬਰ 'ਚ ਹੋਊਗੀ। ਜਿੰਨੀ ਚੀਜ਼ ਜਿਹੜੀ ਡੈਂਸਰ ਹੋਊਗੀ ਉਹ 'ਚ ਉਨੀ ਜਲਦੀ ਟਰੈਵਲ ਕਰੂੰਗੀ ਸਾਊਂਡ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਆਫ ਅਲਟਰਾਸੋਨਿਕ ਵੇਵ। ਅਲਟਰਾਸੋਨਿਕ ਵੇਵਸ ਕਿਆ ਕਰਦੀਆਂ? ਦੇ ਕੈਨ ਡਿਸਟਰੋਏ ਇਨਸੈਕਟ। ਇਨਸੈਕਟ ਨੂੰ ਡਿਸਟਰੋਏ ਕਰ ਦਿੰਦੀ ਹੈ। ਯੈਸ ਕਰਦੀ ਹੈ, ਇਹ ਕਰ ਦਿੰਦੀ ਹੈ। ਦੇ ਕੈਨ ਕਲੀਨ ਕਲੋਥਸ ਬਾਈ, ਇਹ ਵੀ ਕਰਦੀ ਹੈ। ਦੇ ਕੈਨ ਯੂਜ਼ ਟੂ ਟਰੀਟ ਡਿਜ਼ੀਜ਼, ਬਿਲਕੁਲ। ਦੇ ਕੈਨ ਕੰਟਰੋਲ ਆਟੋਮੈਟਿਕ ਡੋਰ, ਬਿਲਕੁਲ। ਦੇਖੋ ਜਿੰਨੇ ਵੀ ਅੱਜ ਕੱਲ੍ਹ ਆਟੋਮੈਟਿਕਲੀ ਮਸ਼ੀਨਸ ਆ ਗਈਆਂ ਸਭ ਅਲਟਰਾਸੋਨਿਕ ਵੇਵ ਦੀ ਯੂਜ਼ ਹੁੰਦੀਆਂ। ਤੋ ਇਹਦਾ ਆਨਸਰ ਆਲ ਦਾ ਕਰੈਕਟ ਹੋਏਗਾ। ਸੋ ਨੈਕਸਟ ਇਜ਼ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਦਾ ਹਾਰਟ ਵਾਈਬਰੇਟ ਐਟ ਇਨਫਰਾਸੋਨਿਕ। ਦ ਸਪੀਡ ਆਫ ਸਾਊਂਡ ਇਜ਼ ਮੋਰ ਇਨ ਗੈਸ ਦੈਨ ਅ ਲਿਕੁਇਡ ਐਂਡ ਸੋਲਿਡ। ਦੇਖੋ ਹੁਣ ਸੋਲਿਡ ਤੋਂ ਜ਼ਿਆਦਾ ਸਪੀਡ ਆਫ ਸਾਊਂਡ ਕਰਦੀ ਨਾ, ਮਤਲਬ ਇਹ ਆਪਸ਼ਨ ਸੈਕਿੰਡ ਗਲਤ। ਹੁਣ ਦੇਖ ਲਓ ਥੱਲੇ ਸਟੇਟਮੈਂਟ ਸੈਕਿੰਡ ਕਿਹਦੇ ਕਿਹਦੇ? ਸੈਕਿੰਡ ਦੇਖੋ ਇਹਦੇ 'ਚ ਇਹ ਵੀ ਨਹੀਂ ਹੋ ਸਕਦਾ ਆਨਸਰ। ਸੈਕਿੰਡ A 'ਚ ਵੀ ਇਹ ਵੀ ਨਹੀਂ ਹੋ ਸਕਦਾ ਆਨਸਰ। ਸੈਕਿੰਡ A 'ਚ ਵੀ ਇਹ ਵੀ ਨਹੀਂ ਹੋ ਸਕਦਾ ਆਨਸਰ। ਤਾਂ ਬਚਿਆ C। ਤਾਂ ਇਹਨੂੰ ਐਲੀਮੀਨੇਸ਼ਨ ਕਹਿੰਦੇ ਸੀ, ਇੱਦਾਂ ਇਹਨੂੰ ਆਨਸਰ ਕਰ ਸਕਦੇ। ਫਿਰ ਵੀ ਤੁਸੀਂ ਸਟੇਟਮੈਂਟ ਸਾਰੀ ਪੜ੍ਹ ਲੈਂਦੇ ਆ। ਦਾ ਮੈਕ ਨੰਬਰ ਇਜ਼ ਯੂਜ਼ ਟੂ ਡਿਸਕ੍ਰਾਈਬ ਸਪੀਡ ਆਫ ਸਾਊਂਡ। ਬਿਲਕੁਲ ਮੈਕ ਨੰਬਰ ਹੀ ਸਪੀਡ ਆਫ ਸਾਊਂਡ ਨੂੰ ਡਿਸਾਈਡ ਕਰਦਾ। ਅਲਟਰਾਸੋਨਿਕ ਸਾਊਂਡ ਫ੍ਰੀਕੁਐਂਸੀ ਮੋਰ ਦੈਨ 20,000। ਸੈਕਿੰਡ ਕੁਐਸਚਨ ਹੀ ਮਿਲਦਾ, ਫਸਟ ਸੈਕਿੰਡ ਥਰਡ ਕੁਐਸਚਨ ਹੀ ਇਹੀ ਸੀਗਾ। ਸੋ 4 ਤਾਂ ਹੋਊਗਾ। ਇਸ ਕਰਕੇ ਫਸਟ ਸੈਕਿੰਡ ਐਂਡ ਥਰਡ। ਇਨਫਰਾਸੋਨਿਕ ਹਾਰਟ ਵਾਈਬਰੇਟ ਇਨਫਰਾਸੋਨਿਕ, ਬਿਲਕੁਲ ਸਹੀ। ਇਨਫਰਾਸੋਨਿਕ ਦੇ ਉਹ ਟਰੈਵਲ ਕਰਦਾ। ਸੋ ਅੱਜ ਲਈ ਇੰਨਾ ਹੀ। ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਮੇਰਾ ਸਬਸਕ੍ਰਾਈਬ ਜ਼ਰੂਰ ਵਧਾਓ ਅਤੇ ਮੈਨੂੰ ਸਪੋਰਟ ਕਰੋ। ਅਸੀਂ ਤੁਹਾਨੂੰ ਹੋਰ ਵੀ ਜ਼ਿਆਦਾ MCQ ਕਰਾਵਾਂਗੇ। ਸਾਊਂਡ ਦੇ ਟੌਪਿਕ ਵਾਈਜ਼ ਸਾਊਂਡ ਚੱਲ ਰਹੇ ਆ ਅਤੇ ਬਹੁਤ ਹੀ ਜ਼ਿਆਦਾ ਵਧੀਆ ਤੁਹਾਨੂੰ MCQ ਪ੍ਰੋਵਾਈਡ ਕਰੇ ਜਾ ਰਹੇ ਆ। ਅਤੇ ਤੁਹਾਨੂੰ ਹੋਰ ਵੀ ਜੇ ਤੁਸੀਂ ਮੈਨੂੰ ਕਮੈਂਟ ਬਾਕਸ ਦੱਸੋਗੇ ਤੁਹਾਨੂੰ ਕਿਹੜਾ ਟੌਪਿਕ ਅਗਲਾ ਚਾਹੀਦਾ, ਮੈਂ ਉਸੇ ਟੌਪਿਕ ਦੇ ਉੱਪਰ ਬਣਾਵਾਂਗਾ। ਨਹੀਂ ਤਾਂ ਸਾਡੀ ਸੀਰੀਜ਼ ਤਾਂ ਚੱਲ ਹੀ ਰਹੀ ਹੈ। ਸੋ ਅੱਜ ਲਈ ਇੰਨਾ ਹੀ ਬਹੁਤ ਆ। ਥੈਂਕ